ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ, ਦੂਜੇ ਭਾਗ ਦਾ 18ਵਾਂ ਕਾਂਡ। ਸਰਦੀ ਕੜਾਕੇ ਦੀ ਪੈ ਰਹੀ ਸੀ, ਪਰ ਬੁਖਾਰੀ ਵਿੱਚ ਮੱਘ ਰਹੀ ਅੱਗ ਨੇ ਕਮਰੇ ਨੂੰ ਗਰਮਾਇਆ ਹੋਇਆ ਸੀ। ਭਾਈ ਧੰਨਾ ਸਿੰਘ ਨਾਲ ਗੱਲਾਂ ਕਰਦਿਆਂ ਚੋਖੀ ਰਾਤ ਬੀਤ ਚੁੱਕੀ ਸੀ ਤੇ ਕਾਫੀ ਚਿਰ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਹੋਇਆ ਕਿ ਕਾਬਲ ਦੀ ਬਜਾਏ ਇਸ ਧਰੇਗੜੇ ਲਈ ਰੂਸ ਜਾ ਕੇ ਕਿਆਮ ਕਰਨਾ ਠੀਕ ਰਹੇਗਾ। ਪਰ ਰੂਸ ਜਾਣ ਲਈ ਵੀ ਤਾਂ ਅਫਗਾਨਿਸਤਾਨ ਵਿੱਚੋਂ ਹੀ ਲੰਘ ਕੇ ਜਾਣਾ ਪੈਂਦਾ ਸੀ ਤੇ ਅਫਗਾਨਿਸਤਾਨ ਵਿੱਚ ਕਦਮ ਰੱਖਣ ਦਾ ਜੋ ਨਤੀਜਾ ਹੋ ਸਕਦਾ ਹੈ, ਇਸ ਨੂੰ ਉਹ ਅਖਬਾਰ ਵਿੱਚ ਪੜ੍ਹ ਚੁੱਕੇ ਸਨ। ਛੇਕੜ ਭਾਈ ਧੰਨਾ ਸਿੰਘ ਨੇ ਬੜੀ ਸਿਆਣਪ ਭਰੀ ਸਲਾਹ ਦਿੱਤੀ ਕਿ ਜਦ ਤੀਕ ਫੜੋ ਫੜਾਈ ਦਾ ਰੌਲਾ ਮੱਠਾ ਨਹੀਂ ਹੋ ਜਾਂਦਾ, ਤਦ ਤੀਕ ਉਹਨਾਂ ਨੂੰ ਉਸੇ ਪਾਸ ਹੀ ਟਿਕੇ ਰਹਿਣਾ ਚਾਹੀਦਾ ਹੈ। ਮਗਰੋਂ ਅਨੁਕੂਲ ਵਾਤਾਵਰਣ ਦੇਖ ਕੇ ਉਹ ਉਹਨਾਂ ਨੂੰ ਅਫਗਾਨਿਸਤਾਨ ਦੇ ਰਸਤੇ ਰੂਸ ਵੱਲ ਭੇਜਣ ਦਾ ਉਪਰਾਲਾ ਕਰ ਦੇਵੇਗਾ। ਭਾਈ ਧੰਨਾ ਸਿੰਘ ਦੇ ਪਿਆਰ ਤੇ ਹਮਦਰਦੀ ਭਰੇ ਰਵੱਈਏ ਨੇ ਉਹਨਾਂ ਨੂੰ ਕਾਫੀ ਸੰਤੁਸ਼ਟ ਕੀਤਾ। ਇਸ ਵੇਲੇ ਏਦੂ ਚੰਗਾ ਹੋਰ ਕੋਈ ਉਪਾਅ ਹੋ ਵੀ ਨਹੀਂ ਸੀ ਸਕਦਾ। ਰੂਸ ਇੱਕ ਸੁਤੰਤਰ ਦੇਸ਼ ਸੀ, ਜਿਸ ਉੱਤੇ ਅੰਗਰੇਜ਼ੀ ਸਾਮਰਾਜ ਦਾ ਕੋਈ ਦਬਾਅ ਨਹੀਂ ਸੀ। ਨਾਲੇ ਲਾਲਾ ਹਰਦਿਆਲ ਦੇ ਯਤਨਾਂ ਸਦਕਾ ਰੂਸੀ ਬਾਲਸ਼ਵਿਕਾਂ ਦੀ ਉਹਨਾਂ ਦਿਨੀ ਭਾਰਤੀ ਇਨਕਲਾਬੀਆਂ ਨਾਲ ਕਾਫੀ ਦਿਲਚਸਪੀ ਪੈਦਾ ਹੋ ਗਈ ਸੀ, ਜਿਨ੍ਹਾਂ ਪਾਸੋਂ ਰੂਸ ਜਾ ਕੇ ਇਹਨਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਸਹਾਇਤਾ ਮਿਲਣ ਦੀ ਆਸ ਸੀ। ਰੂਸ ਜਾਣ ਦੀ ਤਜਵੀਜ਼ ਸਭ ਤੋਂ ਵੱਧ ਸਰਾਭੇ ਨੂੰ ਪਸੰਦ ਆਈ। ਉਸ ਦਾ ਇਸ ਗੱਲ ਵਿੱਚ ਪੱਕਾ ਵਿਸ਼ਵਾਸ ਸੀ, ਅਵੇਰੇ ਜਾਂ ਸਵੇਰੇ ਦਾਦਾ ਵੀ ਉੱਥੇ ਹੀ ਆ ਨਿਕਲੇਗਾ। ਦਾਦਾ ਅਕਸਰ ਉਸ ਨੂੰ ਕਿਹਾ ਕਰਦਾ ਸੀ ਕਿ ਜੇ ਗਦਰ ਦੀ ਸਕੀਮ ਕਾਮਯਾਬ ਨਾ ਹੋ ਸਕੀ ਤਾਂ ਫਿਰ ਉਹ ਰੂਸ ਦੀ ਮਦਦ ਨਾਲ ਹਿੰਦ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਣਗੇ। ਜਦਕਿ ਉਧਰ ਲਾਲਾ ਹਰਦਿਆਲ ਅਜੇ ਤੱਕ ਵੀ ਜਰਮਨ ਹਕੂਮਤ ਪਾਸੋਂ ਜੰਗੀ ਸਹਾਇਤਾ ਲੈਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ। ਸਰਾਭੇ ਨੂੰ ਵਿਸ਼ਵਾਸ ਸੀ ਕਿ ਜੇ ਕਦੀ ਰੂਸ ਤੇ ਜਰਮਨੀ ਦੋਵੇਂ ਭਾਰਤੀ ਇਨਕਲਾਬੀਆਂ ਦੀ ਮਦਦ ਲਈ ਉੱਠ ਖੜੋਣਗੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਅੰਗਰੇਜ਼ਾਂ ਨੂੰ ਬੋਰੀਆ ਬਿਸਤਰਾ ਬੰਨ੍ਹ ਕੇ ਹਿੰਦੁਸਤਾਨ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਵੇਗਾ। ਆਪਣੇ ਮਹਿਮਾਨਾਂ ਨੂੰ ਗੁਦਗੁਦੇ ਬਿਸਤਰਿਆਂ ਵਿੱਚ ਲਿਟਾ ਕੇ ਜਦ ਭਾਈ ਧੰਨਾ ਸਿੰਘ ਆਪਣੇ ਖੁਆਬ ਗਾਹ ਵਿੱਚ ਚਲਾ ਗਿਆ ਤਾਂ ਮਗਰੋਂ ਹੋਰ ਕਿੰਨਾ ਚਿਰ ਇਹ ਤਿੰਨੇ ਗੱਲੀਂ ਲੱਗੇ ਰਹੇ ਤੇ ਇਸ ਵਾਰਤਾਲਾਪ ਦੀ ਸਮਾਪਤੀ ਅੱਧੀ ਰਾਤ ਤੋਂ ਪਹਿਲਾਂ ਨਾ ਹੋ ਸਕੀ। ਬੜੇ ਚਿਰ ਪਿੱਛੋਂ ਅੱਜ ਇਹਨਾਂ ਨੂੰ ਏਡੀ ਸੁਖਦਾਈ ਸੋਤ ਮਿਲੀ ਸੀ, ਹਫ਼ਤੇ ਭਰ ਦੀ ਨਿਰੰਤਰ ਥਕਾਵਟ ਤੋਂ ਬਾਅਦ। ਬਾਹਰ ਕੜਾਕੇ ਦੀ ਸਰਦੀ ਹੋਣ ਤੇ ਵੀ ਕਮਰਾ ਇੰਨਾ ਨਿੱਘਾ ਸੀ ਕਿ ਰਜਾਈਆਂ ਓੜਨ ਦੀ ਲੋੜ ਵੀ ਨਹੀਂ ਸੀ ਜਾਪਦੀ। ਤਿੰਨੇ ਮੰਜੇ ਨਾਲੋਂ ਨਾਲ ਸਨ, ਪਹਿਲਾ ਜਗਤ ਸਿੰਘ ਦਾ, ਦੂਸਰਾ ਸਰਾਭੇ ਦਾ ਤੇ ਉਸ ਤੋਂ ਅਗਲਾ ਟੁੰਡੀ ਲਾਟ ਦਾ। ਰਾਤ ਦਾ ਤੀਜਾ ਪਹਿਰ ਸ਼ੁਰੂ ਹੋਇਆ। ਟੁੰਡੀ ਲਾਟ ਤੇ ਜਗਤ ਸਿੰਘ ਸੁੱਤੇ ਹੋਏ ਸਨ, ਪਰ ਸਰਾਭਾ ਕਰਵਟ ਉੱਤੇ ਕਰਵਟ ਬਦਲ ਰਿਹਾ ਸੀ। ਅੰਦਰਲੀ ਕਿਸੇ ਬੇਚੈਨੀ ਹੱਥੋਂ ਨਾ ਤਾਂ ਉਸਦੀ ਅੱਖ ਲੱਗਦੀ ਸੀ, ਨਾ ਹੀ ਚੈਨ ਨਾਲ ਲੇਟਿਆ ਰਹਿ ਸਕਦਾ ਸੀ। ਪਲ ਪਲ ਮਗਰੋਂ ਉਹ ਉਸਲਵੱਟੇ ਲੈਂਦਾ ਹੋਇਆ ਕਮਰੇ ਦੀਆਂ ਕੰਧਾਂ ਵੱਲ ਝਾਕੀ ਜਾਂਦਾ, ਜਿੱਥੇ ਨਿੰਮੀ ਲਾਲਟੈਨ ਦੇ ਚਾਨਣ ਵਿੱਚ ਬੇਮਤਲਬ ਹੀ ਉਸਦੀਆਂ ਅੱਖਾਂ ਫਿਰ ਰਹੀਆਂ ਸਨ। ਵਿੱਚ ਵਿੱਚ ਉਹ ਉੱਠ ਬੈਠਦਾ ਤੇ ਬੈਠਣ ਤੋਂ ਬਾਅਦ ਮੁੜ ਲੰਮਾ ਪੈ ਜਾਂਦਾ। ਜ਼ਰਾ ਕੁ ਅੱਖ ਲੱਗਣ ਤੋਂ ਬਾਅਦ ਉਹ ਫਿਰ ਉੱਠ ਬੈਠਾ ਤੇ ਵੀਣੀ ਉੱਤੇ ਬੱਧੀ ਹੋਈ ਘੜੀ ਵੱਲ ਤੱਕਦਾ ਹੋਇਆ ਦਬਵੇਂ ਪੈਰੀਂ ਮੰਜੇ ਤੋਂ ਉਤਰਿਆ। ਮੰਜਾ ਵਿਚਕਾਰ ਹੋਣ ਕਰਕੇ ਉਸਨੂੰ ਬੜੀ ਚੌਕਸੀ ਨਾਲ ਲੰਘਣਾ ਪਿਆ ਤਾਂ ਜੋ ਸਾਥੀਆਂ ਨੂੰ ਬਿੜਕ ਨਾ ਲੱਗ ਜਾਵੇ। ਤਿੰਨਾਂ ਚੌਹਾਂ ਕਦਮਾਂ ਤੇ ਇੱਕ ਹੋਰ ਖਾਲੀ ਮੰਜਾ ਸੀ, ਜਿਸ ਉੱਤੇ ਇਹਨਾਂ ਮੁਸਾਫਰਾਂ ਦੇ ਕੰਬਲ ਪਏ ਸਨ। ਸਰਾਭੇ ਨੇ ਅਛੋਪਲੇ ਹੀ ਆਪਣਾ ਕੰਬਲ ਚੁੱਕਿਆ, ਬੁੱਕਲ ਮਾਰੀ ਤੇ ਬੂਹਾ ਖੋਲ ਕੇ ਹੇਠਾਂ ਉਤਰ ਗਿਆ। ਵਿਹੜਾ ਬੜਾ ਮੋਕਲਾ ਸੀ ਤੇ ਕਰੀਬਨ 2 ਕਨਾਲ ਦੇ ਵਲਗਣ ਵਿੱਚ, ਜਿਸ ਦੇ ਪਿਛਲੇ ਹਿੱਸੇ ਵਿੱਚ ਸ਼ਤੂਤਾਂ ਤੇ ਅਨਾਰਾਂ ਦੇ ਬਹੁਤ ਸਾਰੇ ਦਰਖਤ ਸਨ ਤੇ ਅਗਲੇ ਭਾਗ ਸਦਾ ਗੁਲਾਬ ਦੀਆਂ ਝਾੜੀਆਂ ਨਾਲ ਮਹਿਕ ਰਿਹਾ ਸੀ। ਫਾਟਕ ਦੇ ਲਾਗੇ ਕਰਕੇ ਇੱਕ ਥੰਮੀ ਉੱਤੇ ਲੈਂਪ ਜਗ ਰਿਹਾ ਸੀ, ਜਿਸ ਦੇ ਸ਼ੀਸ਼ੇ ਸਿੱਲੇ ਹੋਣ ਕਰਕੇ ਚਾਨਣ ਚੌਂਕੇ ਜਿੰਨੇ ਥਾਂ ਤੇ ਹੀ ਪੈਂਦਾ ਸੀ, ਸੋ ਵੀ ਮਸੇ ਮੋਮਬੱਤੀ ਜਿੰਨਾ। ਜਦੋਂ ਹੀ ਫਰਾਟਾ ਆਉਂਦਾ ਕਿ ਤੂਤਾਂ ਦੀਆਂ ਰੁੰਡ ਮਰੁੰਡ ਟਾਹਣੀਆਂ ਵਿੱਚੋਂ ਨਿਰਸ ਜਿਹੀ ਆਵਾਜ਼ ਪੈਦਾ ਹੁੰਦੀ ਸੀ। ਹੇਠਾਂ ਉਤਰਨ ਤੋਂ ਬਾਅਦ
ਥੋੜ੍ਹੀ ਦੇਰ ਤੱਕ ਸਰਾਭਾ ਸੁਸਤ ਕਦਮਾਂ ਨਾਲ ਇੱਧਰ ਉੱਧਰ ਟਹਿਲਦਾ ਰਿਹਾ। ਉਵੇਂ ਹੀ ਟਹਿਲਦਾ ਹੋਇਆ ਉਹ ਅਨਾਰਾਂ ਦੇ ਇੱਕ ਜੋੜੇ ਦਰਖਤ ਪਾਸ, ਜਿੱਥੇ ਲੈਂਪ ਦਾ ਮਾੜਾ ਮਾੜਾ ਚਾਨਣ ਪੈਂਦਾ ਸੀ, ਜਾ ਰੁਕਿਆ। ਫੇਰ ਦਰਖਤ ਦੇ ਦੂਰੇ ਤਣੇ ਨਾਲ ਢੋ ਲਾ ਕੇ ਬੈਠ ਗਿਆ। ਤੇਜ਼ ਹਵਾ ਨਾਲ ਜਦ ਦਰਖਤ ਉੱਤੋਂ ਅਨਾਰ ਦਾ ਕੋਈ ਫੁੱਲ ਟੁੱਟ ਕੇ ਉਸ ਦੇ ਸਾਹਮਣੇ ਆ ਡਿੱਗਦਾ ਤਾਂ ਉਹ ਕੰਬਲ ਵਿੱਚੋਂ ਹੱਥ ਬਾਹਰ ਕੱਢ ਕੇ ਉਸ ਨੂੰ ਚੁੱਕ ਲੈਂਦਾ ਤੇ ਇੰਜ ਨੀਝ ਲਾ ਕੇ ਉਸ ਵੱਲ ਤੱਕੀ ਜਾਂਦਾ ਜਿਵੇਂ ਜਿਉਂਦੀ ਚੀਜ਼ ਵੱਲ। ਬੈਠਿਆਂ ਬੈਠਿਆਂ ਪਤਾ ਨਹੀਂ ਉਸ ਨੂੰ ਕੀ ਸੁੱਝੀ ਕਿ ਉਸਨੇ ਆਪਣਾ ਭਾਰਾ ਕਾਲਾ ਕੰਬਲ ਉਤਾਰ ਕੇ ਬੇਪਰਵਾਹੀ ਨਾਲ ਇੱਕ ਪਾਸੇ ਵਗਾ ਮਾਰਿਆ, ਜਿਹੜਾ ਹਵਾ ਦੇ ਧੱਕੇ ਨਾਲ ਉੱਡ ਕੇ ਅਨਾਰ ਦੀ ਇੱਕ ਟਾਹਣੀ ਨਾਲ ਜਾ ਅੜਿਆ। ਕੰਬਲ ਸੁੱਟ ਦੇਣ ਤੋਂ ਬਾਅਦ ਜਦ ਉਸਦੇ ਹੱਥ ਸੁਤੰਤਰ ਹੋਏ ਤਾਂ ਉਸਨੇ ਜੇਬ ਵਿੱਚੋਂ ਨੋਟਬੁੱਕ ਕੱਢੀ ਤੇ ਉਸ ਨਾਲੋਂ ਪੈਨਸਿਲ ਉਤਾਰ ਕੇ ਲਿਖਣ ਵਿੱਚ ਰੁੱਝ ਗਿਆ। ਪੈਨਸਿਲ ਉਸਦੀ ਨੋਟਬੁੱਕ ਦੇ ਵਰਕੇ ਉੱਤੇ ਬਰਾਬਰ ਪੁੜਕਦੀ ਜਾ ਰਹੀ ਸੀ। ਇਸ ਕਿਰਿਆ ਵਿਚਾਲੇ ਉਸਨੇ ਬਾਂਹ ਵਧਾ ਕੇ ਆਪਣਾ ਕੰਬਲ ਟਾਹਣੀ ਨਾਲੋਂ ਛੁਡਾਇਆ, ਜਿਹੜਾ ਹਵਾ ਨਾਲ ਫੜਫੜ ਕਰਦਾ ਹੋਇਆ ਉਸਦੇ ਕੰਮ ਵਿੱਚ ਵਿਘਨ ਪਾ ਰਿਹਾ ਸੀ। ਕੰਬਲ ਉਸਨੇ ਪੈਰਾਂ ਹੇਠ ਦੇ ਲਿਆ ਜਦ ਉਸਨੂੰ ਖਿਆਲ ਆਇਆ ਕਿ ਨੰਗੇ ਪੈਰੀਂ ਹੀ ਉਹ ਕੋਠੇ ਤੋਂ ਉੱਤਰ ਆਇਆ ਸੀ। ਅੱਧਾ ਘੰਟਾ ਜਾਂ ਇਸ ਤੋਂ ਵੱਧ ਵਕਤ ਉਸਨੇ ਕਾਗਜ਼ ਉੱਤੇ ਪੈਨਸਿਲ ਦਾ ਸਿੱਕਾ ਘਸਾਉਂਦਿਆਂ ਗੁਜ਼ਾਰ ਦਿੱਤਾ ਤੇ ਫਿਰ ਉਸਦੀਆਂ ਅੱਖਾਂ ਕਾਪੀ ਵੱਲੋਂ ਹਟ ਕੇ ਅਸਮਾਨ ਉੱਤੇ ਜਾ ਟਿਕੀਆਂ, ਜਿੱਥੇ ਟਾਵਾਂ ਟਾਵਾਂ ਤਾਰਾ ਡਲਕ ਰਿਹਾ ਸੀ ਤੇ ਜਾਂ 3 ਜੁੜਵੇਂ ਤਾਰਿਆਂ ਦੀ ਖਿੱਤੀ। ਨੋਟਬੁੱਕ ਨੂੰ ਜੇਬ ਵਿੱਚ ਪਾਉਣ ਤੋਂ ਬਾਅਦ ਉਹ ਆਪਣੇ ਠਰੇ ਹੋਏ ਹੱਥਾਂ ਨੂੰ ਬਗਲਾਂ ਹੇਠ ਦੇ ਕੇ ਨਿਘਿਆਉਣ ਲੱਗ ਪਿਆ। ਥੋੜ੍ਹੀ ਦੇਰ ਬਾਅਦ ਉਹ ਉੱਠ ਖਲੋਤਾ। ਉਸਨੇ ਪੈਰਾਂ ਹੇਠੋਂ ਕੰਬਲ ਨੂੰ ਚੁੱਕ ਕੇ ਤੈਅ ਕੀਤਾ ਤੇ ਉਸ ਨੂੰ ਮੋਢੇ ਤੇ ਸੁੱਟ ਕੇ ਪੌੜੀਆਂ ਵੱਲ ਵਧਿਆ। ਉਸਦਾ ਖਿਆਲ ਸੀ ਕਿ ਉਸਦੇ ਸਾਥੀ ਅਜੇ ਤੱਕ ਘੁਰਾੜੇ ਮਾਰ ਰਹੇ ਹੋਣਗੇ, ਪਰ ਕਮਰੇ ਵਿੱਚ ਪਹੁੰਚ ਕੇ ਉਸ ਵੇਖਿਆ ਟੁੰਡੀ ਲਾਟ ਤੇ ਜਗਤ ਸਿੰਘ ਇੱਕ ਮੰਜੇ ਤੇ ਨਾਲੋਂ ਨਾਲ ਬੈਠੇ ਗੱਲੀਂ ਲੱਗੇ ਹੋਏ ਸਨ। "ਤੂੰ ਕਿੱਥੇ ਚਲਾ ਗਿਆ ਸੈਂ?" ਟੁੰਡੀ ਲਾਟ ਨੇ ਉਸ ਨੂੰ ਆਉਂਦੇ ਨੂੰ ਪੁੱਛਿਆ। ਇਸ ਤੋਂ ਪਹਿਲਾਂ ਕਿ ਜਵਾਬ ਵਿੱਚ ਸਰਾਭਾ ਕੁਝ ਕਹਿੰਦਾ, ਜਗਤ ਸਿੰਘ ਨੇ ਉਸਦੇ ਮੋਢੇ ਉਤਲੇ ਕੰਬਲ ਵੱਲ ਤੱਕਦਿਆਂ ਮੁਸਕਰਾ ਕੇ ਕਿਹਾ, "ਇਸ ਨੂੰ ਲਾਂਡਰੀ ਵਿੱਚ ਦੇਣ ਗਿਆ ਸੈਂ?" ਟੁੰਡੀ ਲਾਟ ਨੇ ਵੀ ਸਰਾਭੇ ਦੇ ਇਸ ਝੱਲ-ਪੁਣੇ ਨੂੰ ਅਨੁਮਾਨਿਆ, ਜਿਹੜਾ ਸਰਦੀ ਨਾਲ ਕੰਬ ਰਿਹਾ ਸੀ, ਪਰ ਕੰਬਲ ਨੂੰ ਉੱਪਰ ਲੈਣ ਦੀ ਬਜਾਏ ਜਿਸ ਨੇ ਠੱਪ ਕੇ ਮੋਢੇ ਤੇ ਪਾਇਆ ਹੋਇਆ ਸੀ। ਦੋਹਾਂ ਦਾ ਖਿਆਲ ਸੀ ਕਿ ਹਾਸੇ ਦੇ ਜਵਾਬ ਵਿੱਚ ਸਰਾਭਾ ਵੀ ਆਪਣੇ ਸੁਭਾਅ ਅਨੁਸਾਰ ਨੇਲੇ ਉੱਤੇ ਦਹਿਲਾ ਮਾਰੇਗਾ, ਪਰ ਸਰਾਭਾ ਇਸ ਵੇਲੇ ਕਿਸੇ ਬਹੁਤ ਹੀ ਡੂੰਘੇ ਵਿਖਾਦ ਦੀ ਮੂਰਤ ਬਣਿਆ ਹੋਇਆ ਸੀ। ਹਾਸੇ ਦੀ ਥਾਂ ਉਹ ਡੂੰਘੀ ਗੰਭੀਰਤਾ ਵਿੱਚ ਬੋਲਿਆ, "ਇਹੋ ਤਾਂ ਬੰਦੇ ਦੀ ਕੰਬਖਤੀ ਏ ਕਿ ਹਰ ਵੇਲੇ ਉਸ ਨੂੰ ਜਿੰਦ ਬਚਾਉਣ ਦਾ ਹੀ ਝੋਰਾ ਪਿਆ ਰਹਿੰਦਾ ਏ। ਖਰੀ ਗੱਲ ਆਖੀ ਏ ਵੀ ਮੁੰਡੇ ਨੇ," ਟੁੰਡੀ ਲਾਟ ਨੇ ਦਾਦ ਦਿੱਤੀ। "ਸਫ਼ਰ ਕਰਨੇ ਕਾਬਲ ਦੇ ਤੇ ਰੂਸ ਦੇ ਤੇ ਡਰਨਾ ਪਾਲੇ ਪਾਸੋਂ। ਮੁੰਡਾ ਸ਼ਾਇਦ ਅਗੇਤਰੇ ਹੀ ਪਾਲਾ ਸਹਾਰਨ ਦੀ ਪ੍ਰੈਕਟਿਸ। ਪਰ ਮੈਂ ਪੁੱਛਣਾ," ਸਰਾਭੇ ਨੇ ਉਸ ਨੂੰ ਟੋਕਿਆ, "ਕਿ ਕਾਬਲ ਜਾਂ ਰੂਸ ਜਾ ਕੇ ਅਸੀਂ ਕਰਾਂਗੇ ਕੀ?" ਗੱਲ ਸੁਣ ਕੇ ਦੋਵੇਂ ਗੁੱਸੇ ਤੇ ਹੈਰਾਨੀ ਨਾਲ ਉਸ ਵੱਲ ਤੱਕੇ, ਜਿਵੇਂ ਸਰਾਭੇ ਨੇ ਉਹਨਾਂ ਨੂੰ ਗਾਲ ਕੱਢ ਦਿੱਤੀ ਹੋਵੇ। "ਕਰਾਂਗੇ ਕੀ?" ਟੁੰਡੀ ਲਾਟ ਨੇ ਤਮਕ ਕੇ ਕਿਹਾ, "ਇਹ ਤੂੰ ਕੀ ਬੇਤੁਕੀ ਵਾਹ ਦਿੱਤੀ ਹੈ ਕਰਤਾਰ?" "ਬੇਤੁਕੀ ਨਹੀਂ ਵਾਹੀ ਚਾਚਾ," ਸਰਾਭੇ ਦੀ ਆਵਾਜ਼ ਵਿੱਚ ਜਿਵੇਂ ਅਥਰੂਆਂ ਦੀ ਨਮੀ ਸੀ। "ਠੀਕ ਕਹਿ ਰਿਹਾ ਮੈਂ।" "ਠੀਕ ਕਹਿ ਰਿਹਾ ਤੂੰ?" ਜਗਤ ਸਿੰਘ ਹੋਰ ਜ਼ਿਆਦਾ ਤਲਖ ਹੋ ਗਿਆ। "ਉਹ ਕਿਤੇ ਭੰਗ ਤਾਂ ਨਹੀਂ ਪੀ ਆਇਆ ਥੱਲੇ ਜਾ ਕੇ? ਸਾਫ਼ ਦੱਸ ਕਿ ਇਸ ਵੇਲੇ ਤੂੰ ਹੋਸ਼ ਵਿੱਚ ਬੋਲ ਰਿਹਾ ਹੈ ਕਿ ਬੇਹੋਸ਼ੀ ਵਿੱਚ? ਆਖਿਰ ਤੂੰ ਚਾਹੁੰਦਾ ਕੀ ਹੈ?" "ਮੈਂ?" ਸਰਾਭੇ ਨੇ ਮੰਜੇ ਤੇ ਬੈਠਦਿਆਂ ਮੁੱਕਦੀ ਚੁੱਕਦੀ ਗੱਲ ਕਹਿ ਦਿੱਤੀ। "ਮੈਂ ਚਾਹੁੰਦਾ ਕਿ ਦਿਨ ਚੜ੍ਹਦਿਆਂ ਹੀ ਅਸੀਂ ਪੰਜਾਬ ਨੂੰ ਚਲੇ ਚੱਲੀਏ।" "ਬਸ," ਟੁੰਡੀ ਲਾਟ ਨੇ ਥੱਪੜ ਮਾਰਨ ਵਰਗੇ ਲਹਿਜੇ ਵਿੱਚ ਕਿਹਾ, "ਖੋ ਨਾ ਤੁਰੀ ਤੇ ਬਾਬਾ ਤਿਹਾਈ। ਤੂੰ ਤੇ ਬੱਚੂ ਬੜੀਆਂ ਬੜੀਆਂ ਫੜਾਂ ਮਾਰਦਾ ਹੁੰਦਾ ਸੈਂ।" "ਗੁੱਸੇ ਵਿੱਚ ਨਾ ਆ ਚਾਚਾ," ਸਰਾਭੇ ਨੇ ਕੋਮਲ ਹੋ ਕੇ ਕਿਹਾ, "ਐਡਾ ਬੁਜ਼ਦਿਲ ਨਾ ਸਮਝ ਮੈਨੂੰ। ਰਤਾ ਚਾਨਣ ਕਰ ਛੱਡੀ ਮਾਈ," ਸਰਾਭੇ ਨੇ ਜਗਤ ਸਿੰਘ ਨੂੰ ਕਿਹਾ, ਜਿਸ ਦਾ ਸਰੀਰ ਲਾਲਟਣ ਦੇ ਚਾਨਣ ਵਿੱਚ ਰੁਕਾਵਟ ਪਾ ਰਿਹਾ ਸੀ। ਜਗਤ ਸਿੰਘ ਸਰਕ ਕੇ ਰਤਾ ਖੱਬੇ ਵੱਲ ਹੋ ਗਿਆ ਤੇ ਫਿਰ ਆਪਣੇ ਲਿਖੇ ਹੋਏ ਨੂੰ ਜਦ ਸਰਾਭੇ ਨੇ ਪੜ੍ਹ ਕੇ ਨਹੀਂ, ਮਿੱਠੀ ਦਰਦੀਲੀ ਸੁਰ ਵਿੱਚ ਗਾ ਕੇ ਸੁਣਾਉਣਾ ਸ਼ੁਰੂ ਕੀਤਾ
ਤਾਂ ਦੋਵੇਂ ਉਸ ਉੱਤੇ ਝੁਕਦੇ ਚਲੇ ਆ ਰਹੇ ਸਨ। ਸਰਾਬਾ ਪੂਰੀ ਲਟਕ ਵਿੱਚ ਗਾਈ ਜਾ ਰਿਹਾ ਸੀ। ਸੂਰਮੇ ਦਾ ਕੰਮ ਨਹੀਂ ਉਹ ਪਿੱਠ ਮੋੜਨਾ, ਯਾਰੀ ਲਾ ਕੇ ਯਾਰ ਨਾਲੋਂ ਨਿਉ ਤੋੜਨਾ, ਦਿਲਾਂ ਦੇ ਆ ਮਹਿਰਮਾਂ ਦਾ ਸਾਥ ਤੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਜਿਨ੍ਹਾਂ ਨਾਲ ਰਲ ਕੇ ਸੀ ਬੀੜਾ ਚੁੱਕਿਆ, ਜ਼ਾਲਮਾਂ ਨੇ ਸਾਰਿਆਂ ਨੂੰ ਜੇਲੀਂ ਡੱਕਿਆ, ਦੇਈ ਜਾਂਦਾ ਉਹਨਾਂ ਨੂੰ ਤਸੀਹੇ ਰੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਹੋ ਗਿਆ ਪੰਜਾਬੀਆ ਕੀ ਤੇਰੀ ਸ਼ਾਨ ਨੂੰ, ਜੰਮਿਓ ਨਿਕਾਰਿਆ ਕੀ ਅੰਨ ਖਾਣ ਨੂੰ, ਭੱਜ ਆਇਓ ਰੰਨਾ ਵਾਂਗ ਮੂੰਹ ਕੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਉੱਠ ਤਾਂ ਪੰਜਾਬ ਨੂੰ ਬਹਾਰਾਂ ਮੋੜੀਏ, ਜਾਏ ਕੇ ਫਰੰਗੀਆਂ ਦੀ ਜੇਲਾਂ ਤੋੜੀਏ, ਮੌਤ ਨਾਲ ਫੇਰੇ ਲਈਏ ਲਾੜੇ ਸੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਕਵਿਤਾ ਨੇ ਦੋਹਾਂ ਸਰੋਤਿਆਂ ਉੱਤੇ ਕਾਫੀ ਅਸਰ ਕੀਤਾ ਜਾਪਦਾ ਸੀ, ਜਿਸ ਦੀ ਸ਼ਾਦੀ ਦੇ ਰਹੀ ਸੀ ਉਹਨਾਂ ਦੀ ਖਾਮੋਸ਼ ਤੱਕਣੀ, ਜਿਹੜੀ ਕਵਿਤਾ ਦੀ ਸਮਾਪਤੀ ਤੋਂ ਬਾਅਦ ਵੀ ਥੋੜਾ ਚਿਰ ਕਾਇਮ ਰਹੀ। ਕੀ ਖਿਆਲ ਹੈ ਚਾਚਾ? ਟੁੰਡੀ ਲਾਟ ਨੂੰ ਬਿਤਰ ਬਿਤਰ ਆਪਣੇ ਵੱਲ ਤੱਕਦਿਆਂ ਵੇਖ ਕੇ ਸਰਾਬੇ ਨੇ ਉਸਨੂੰ ਪੁੱਛਿਆ, ਕੁਝ ਜਚੇ ਤੁਕਾਂ? ਪਰ ਜਵਾਬ ਵਿੱਚ ਟੁੰਡੀ ਲਾਟ ਕੁਝ ਨਹੀਂ ਬੋਲਿਆ। ਫਿਰ ਉਸਨੇ ਜਗਤ ਸਿੰਘ ਉੱਤੇ ਸਵਾਲ ਕੀਤਾ, ਤੇ ਤੂੰ ਦੱਸ ਬਈ ਕਮਾਲ ਦੀ ਕਵਿਤਾ ਏ। ਜਗਤ ਸਿੰਘ ਪ੍ਰਸ਼ੰਸਕ ਲਹਿਜੇ ਵਿੱਚ ਬਸ ਇਤਨਾ ਹੀ ਕਹਿ ਕੇ ਚੁੱਪ ਹੋ ਗਿਆ। ਮੁਆਫ ਕਰੀ ਬਾਈ, ਸਰਾਬੇ ਦੀ ਆਵਾਜ਼ ਵਿੱਚ ਨਹੋਰੇ ਦਾ ਲਹਿਜਾ ਸੀ। ਮੈਂ ਕਿਸੇ ਕਵੀ ਦਰਬਾਰ ਵਿੱਚ ਬੋਲਣ ਲਈ ਨਹੀਂ ਕੀਤੀ ਇਹ ਤੁਕਬੰਦੀ, ਜੋ ਨਿਰੀ ਵਾਹ ਨਾਲ ਹੀ ਮੇਰਾ ਪੇਟ ਭਰ ਜਾਏਗਾ। ਤੇ ਹੋਰ ਕਾਹਦੇ ਲਈ ਲਿਖੀ ਹੋ? ਜਗਤ ਸਿੰਘ ਦੇ ਥਾਂ ਟੁੰਡੀ ਲਾਟ ਨੇ ਵਿਅੰਗੀ ਜਿਹੇ ਰੰਗ ਵਿੱਚ ਪੁੱਛਿਆ। ਸਾਡੇ ਦਿਲ ਪਰਚਾਵੇ ਲਈ? ਸਰਾਬੇ ਨੂੰ ਇਹ ਟਕੋਰ ਨਹੀਂ ਸੁਖਾਈ। ਉਹ ਜ਼ਰਾ ਧਮਕਿਆ, ਤੂੰ ਚਾਚਾ ਇਹ ਕਿਹੋ ਜੀਆਂ ਬਹਿਕੀਆਂ ਗੱਲਾਂ ਕਰ ਰਹੇ? ਮੈਂ ਨਹੀਂ ਬਹਿਕੀਆਂ ਗੱਲਾਂ ਕਰ ਰਿਹਾ ਕਰਤਾਰ, ਟੁੰਡੀ ਲਾਟ ਨੇ ਪੂਰੇ ਰੋਸ ਵਿੱਚ ਕਿਹਾ, ਬਲਕਿ ਤੇਰੇ ਦਿਮਾਗ ਵਿੱਚ ਕੁਝ ਫਤੂਰ ਆ ਗਿਆ ਜਾਪਦਾ ਏ। ਹੋਸ਼ ਹਵਾਸ ਦੀ ਹਾਲਤ ਵਿੱਚ ਹੁੰਦਿਆਂ ਕਿੱਕਣ ਤੂੰ ਲਿਖ ਸਕਦਾ ਹੈ ਇਹ ਗੱਲਾਂ ਕਿ ਅਸੀਂ ਮੌਤ ਤੋਂ ਡਰ ਕੇ ਭੱਜ ਆਏ ਹਾਂ, ਅਸੀਂ ਰੰਨਾ ਵਾਂਗ ਮੂੰਹ ਕੱਜ ਕੇ ਨੱਸ ਆਏ ਹਾਂ। ਜੇ ਬੀਬਾ ਐਡੀਓ ਜਿੰਦ ਪਿਆਰੀ ਹੁੰਦੀ ਸਾਨੂੰ ਤਾਂ ਅਮਰੀਕਾ ਵਿੱਚ ਹੀ ਕਿਉਂ ਨਾ ਬੈਠੇ ਰਹਿੰਦੇ ਆਰਾਮ ਨਾਲ। ਤੂੰ ਚਾਚਾ, ਨਿੱਠ ਹੋਣ ਦੇ ਥਾਂ ਉਹ ਹੋਰ ਜ਼ਿਆਦਾ ਜੋਸ਼ ਵਿੱਚ ਬੋਲਿਆ, ਮੇਰੀ ਕਵਿਤਾ ਦਾ ਮਕਸਦ ਹੀ ਨਹੀਂ ਸਮਝਿਆ ਸ਼ਾਇਦ, ਨਹੀਂ ਤੇ ਸੁਣ ਗੱਭਰੂਆ। ਟੁੰਡੀ ਲਾਟ ਨੇ ਬਜ਼ੁਰਗਾਨਾ ਢੰਗ ਵਿੱਚ ਕਿਹਾ, ਤੇਰਾ ਮਕਸਦ ਮੈਂ ਨਹੀਂ ਸਮਝਿਆ ਜਾਂ ਮੇਰਾ ਤੂੰ ਨਹੀਂ ਸਮਝਿਆ, ਇਹ ਵੇਲਾ ਇਹਨਾਂ ਬਹਿਸਾਂ ਵਿੱਚ ਪੈਣ ਦਾ ਨਹੀਂ। ਮੰਨਿਆ ਤੂੰ ਪੜ੍ਹਿਆ ਲਿਖਿਆ, ਨਾਲੇ ਪੋਲੀਟਿਕਸ ਦੀਆਂ ਬਰੀਕੀਆਂ ਦਾ ਸਾਡੇ ਨਾਲੋਂ ਵੱਧ ਜਾਣੂ ਹੈ, ਪਰ ਇੱਕ ਤੇਰੇ ਵਿੱਚ ਡਾਢਾ ਹੀ ਭੈੜ ਏ ਕਿ ਜੋ ਗੱਲ ਇੱਕ ਵਾਰੀ ਤੇਰੇ ਦਿਲ ਵਿੱਚ ਸਮਾ ਜਾਏ ਤੂੰ ਉਸ ਨੂੰ ਇਲਹਾਮ ਸਮਝਣ ਲੱਗ ਪੈਣਾ ਏ। ਭਲਾ ਦੱਸ, ਸੁੱਤਿਆਂ ਤੈਨੂੰ ਆਕਾਸ਼ਬਾਣੀ ਹੋ ਗਈ ਏ ਪੰਜਾਬ ਮੁੜ ਜਾਣ ਲਈ? ਗੁੱਸੇ ਵਿੱਚ ਨਾ ਆ ਚਾਚਾ, ਸਰਾਬੇ ਨੇ ਨਰਮ ਲਹਿਜੇ ਵਿੱਚ ਕਿਹਾ, ਪਹਿਲਾਂ ਗੱਲਾਂ ਮੇਰੀਆਂ ਸੁਣ ਲੈ ਠਰਮੇ ਨਾਲ, ਉਸ ਤੋਂ ਬਾਅਦ ਅੱਗਾ ਤੁਹਾਡਾ ਤੇ ਪਿੱਛਾ ਮੇਰਾ। ਜਗਤ ਸਿੰਘ ਜਿਗਿਆਸਾ ਦੇ ਰੌਂ ਵਿੱਚ ਦੋਹਾਂ ਦੀ ਚੁੰਝ ਚਰਚਾ ਸੁਣ ਰਿਹਾ ਸੀ। ਅੱਛਾ, ਟੁੰਡੀ ਲਾਟ ਨੇ ਗੁੱਸੇ ਨੂੰ ਦਬਾਉਂਦਿਆਂ ਕਿਹਾ, ਕਹਿ ਲੈ ਜੋ ਕੁਝ ਕਹਿਣਾ ਹੀ, ਪਰ ਬਹੁਤੇ ਫਿਲਸਫੇ ਨਾ ਛਾਂਟੀ। ਚਾਚਾ, ਉਹ ਜਿਵੇਂ ਵਾਕ ਯੁੱਧ ਲਈ ਕਿੱਲ ਕਾਂਟੇ ਨਾਲ ਲੈਸ ਹੋ ਕੇ ਬੋਲਿਆ, ਕਵਿਤਾ ਦੀਆਂ ਇਹ ਤੁਕਾਂ ਮੈਂ ਕਿਸੇ ਮੁਸ਼ਾਇਰੇ ਲਈ ਨਹੀਂ ਲਿਖੀਆਂ, ਬਲਕਿ ਲੰਮੀ ਸੋਚ ਵਿਚਾਰ ਤੋਂ ਬਾਅਦ ਕਿਸੇ ਫੈਸਲੇ ਤੇ ਅੱਪੜ ਕੇ ਲਿਖੀਆਂ ਨੇ। ਫਿਰ ਵੀ ਹਾਂ ਤਾਂ ਮੈਂ ਮੁੰਡਾ ਖੁੰਡਾ ਹੀ ਨਾ, ਮੈਂ ਮਹਿਸੂਸ ਕਰਦਾ ਕਿ ਇਸ ਵਿੱਚ ਕੁਝ ਅਣਭਾਉਂਦੀਆਂ ਤੁਕਾਂ ਵੀ ਲਿਖੀਆਂ ਹਾਂ, ਉਹੀ ਰੰਨਾ ਵਾਂਗ ਮੂੰਹ ਕੱਜ ਕੇ ਜਾਂ ਮੌਤੋਂ ਡਰ ਕੇ ਭੱਜ ਜਾਣ ਵਾਲੀਆਂ। ਸੋ ਇਸ ਬੇਵਕੂਫੀ ਲਈ ਮਾਫੀ ਮੰਗਦਾ ਹੋਇਆ ਤੁਸਾਂ ਦੋਹਾਂ ਨੂੰ ਕਹਿਣਾ, ਇਸ ਨੂੰ ਸਿਧਾਂਤਕ ਪਹਿਲੂ ਤੋਂ ਸੋਚੋ। ਅਖਾਣ ਏ ਕਿ ਬੰਦਾ ਡਿੱਗ ਡਿੱਗ ਕੇ ਸਵਾਰ ਹੁੰਦਾ ਹੈ। ਕੌਮੀ ਲਹਿਰਾਂ ਨੂੰ ਵੀ ਆਪਣੀ ਮੰਜ਼ਿਲ ਵਿਚਾਲੇ ਕਈ ਵੇਰਾ ਡਿੱਗਣਾ ਤੇ ਕਈ ਵੇਰਾ ਉੱਠਣਾ ਪੈਂਦਾ ਹੈ। ਕਿਉਂ ਬਈ? ਉਸਨੇ ਜਗਤ ਸਿੰਘ ਨੂੰ ਸੰਬੋਧਨ ਕੀਤਾ, ਸੁਣ ਰਿਹਾ ਨਾ ਮੇਰੀਆਂ ਗੱਲਾਂ? ਆਹੋ ਆਹੋ, ਕੁਝ ਤੁਰਸ਼ ਜਿਹੇ ਲਹਿਜੇ ਵਿੱਚ ਜਗਤ ਸਿੰਘ ਨੇ ਜਵਾਬ ਦਿੱਤਾ, ਕਰੀ ਜਾ ਤੂੰ ਆਪਣਾ ਖਰੜ ਗਿਆਨ। ਸਰਾਬਾ ਭੈੜਾ ਨਹੀਂ ਪਿਆ, ਉਵੇਂ ਹੀ ਬੋਲੀ ਗਿਆ, ਇਹ ਮੰਨਣ ਤੋਂ ਅਸੀਂ ਨਾਬਰ ਨਹੀਂ ਹੋ ਸਕਦੇ ਕਿ ਦੇਸ਼ ਵਿੱਚ ਆ ਕੇ ਉੱਪਰ ਥੱਲੀ 2 ਵਾਰੀ ਸਾਡਾ ਪ੍ਰੋਗਰਾਮ ਫੇਲ ਹੋ ਚੁੱਕਾ ਹੈ। ਖਾਸ ਕਰਕੇ ਇਹ 19 ਫਰਵਰੀ ਵਾਲਾ ਤਾਂ ਬਹੁਤ ਹੀ ਬੁਰੀ ਤਰ੍ਹਾਂ ਕੁਚਲਿਆ। ਓਏ ਇਹ ਤਾਂ ਅਸੀਂ ਸਭ ਜਾਣਦੇ ਹਾਂ।
ਟੁੰਡੀ ਲਾਟ ਬੇਸਬਰਾ ਹੋ ਗਿਆ। ਇਸ ਵਿੱਚ ਤੂੰ ਨਵੀਂ ਗੱਲ ਕਿਹੜੀ ਆਖੀ ਏ? ਗੱਲ ਮਤਲਬ ਦੀ ਕਰ ਤੂੰ। ਮਤਲਬ ਦੀ ਗੱਲ ਬਸ ਇਤਨੀ ਉਹ ਸਮਝ ਲੈ ਚਾਚਾ, ਉਹ ਬੋਲਿਆ। ਇਸ ਵੇਲੇ 1000 ਦੇ ਕਰੀਬ ਸਾਡੇ ਸਾਥੀ ਫੜੇ ਜਾ ਚੁੱਕੇ ਨੇ ਤੇ ਬਾਕੀ ਜਿਹੜੇ ਅਜੇ ਤੀਕ ਬਾਹਰ ਨੇ ਉਹਨਾਂ ਨੂੰ ਛੇਤੀ ਹੀ ਹਰਾਮੀ ਲਾਣੇ ਨੇ ਫੜਾ ਦੇਣਾ ਏ। ਮੇਰਾ ਮਤਲਬ ਅੰਗਰੇਜ਼ਾਂ ਦੇ ਦੇਸੀ ਕੁੱਤਿਆਂ ਤੋਂ ਏ। ਠੀਕ ਏ ਤੇਰਾ ਖਿਆਲ, ਜਗਤ ਸਿੰਘ ਬੋਲਿਆ, ਪਰ ਇਹ ਕੋਈ ਨਵੀਂ ਗੱਲ ਏ? ਸਾਡੇ ਵਿੱਚੋਂ ਕਿਹੜਾ ਨਹੀਂ ਜਾਣਦਾ ਕਿ ਅੰਗਰੇਜ਼ਾਂ ਦੇ ਉਹ ਟੁੱਕੜ ਬੋਚ ਜੇ ਕਦੀ ਹਰਾਮਜ਼ਦਗੀ ਨਾ ਕਰਦੇ ਤਾਂ ਕਿਸੇ ਨੇ ਸਾਡਾ ਵਾਲ ਵਿੰਗਾ ਨਹੀਂ ਸੀ ਕਰ ਸਕਣਾ। ਪਰ ਇਸ ਦਾ ਇਲਾਜ ਹੀ ਸਾਡੇ ਕੋਲ ਕਿਹੜਾ ਏ? ਇਲਾਜ ਕਿਤੇ ਫਤਵੇ ਦੀ ਸ਼ਕਲ ਵਿੱਚ ਅਸਮਾਨੋਂ ਨਹੀਂ ਆ ਜਾਣਾ ਬਾਈ। ਸਰਾਭਾ ਵਾਹੋਦਾ ਹੀ ਬੋਲ ਰਿਹਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲਾਤ ਦੀਆਂ ਪੇਚੀਦਗੀਆਂ ਨੇ ਸਾਡੇ ਚੌਹੀਂ ਪਾਸੀ ਹਨੇਰਾ ਹੀ ਹਨੇਰਾ ਕਰ ਦਿੱਤਾ ਏ। ਕਿਸੇ ਬੰਨਿਓ ਵੀ ਸਾਨੂੰ ਇਸ ਵੇਲੇ ਚਾਨਣ ਦਾ ਕੋਈ ਟਿਮਕਣਾ ਦਿਖਾਈ ਨਹੀਂ ਦੇ ਰਿਹਾ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਹੱਥ ਪ੍ਰਾਣ ਛੱਡ ਕੇ ਅਸੀਂ ਇੱਥੇ ਭਾਈ ਧੰਨਾ ਸਿੰਘ ਦੇ ਘਰ ਵਿੱਚ ਮਹੀਨਿਆਂ ਬੱਧੀ ਪਲੱਥਾ ਮਾਰ ਕੇ ਰੱਖੀਏ ਕਿ ਕਦੋਂ ਹਾਲਾਤ ਠੀਕ ਹੋਣ ਤੇ ਕਦੋਂ ਇੱਥੋਂ ਨਿਕਲੀਏ। ਤੇ ਜਿਸ ਸੂਰਤ ਵਿੱਚ ਸਾਡੀ ਮਿੱਥੀ ਹੋਈ ਪਨਾਹਗਾਹ ਹੀ ਕਾਇਮ ਨਾ ਰਹੀ, ਮੇਰਾ ਮਤਲਬ ਕਾਬਲ ਦੀ ਹਕੂਮਤ ਹੋਏ, ਤਾਂ ਇਸ ਗੱਲ ਦੀ ਵੀ ਕੀ ਗਰੰਟੀ ਹੈ ਕਿ ਅਸੀਂ ਸਹੀ ਸਲਾਮਤ ਰੂਸ ਪਹੁੰਚ ਜਾਵਾਂਗੇ? ਤੇ ਜੇ ਪਹੁੰਚ ਵੀ ਗਏ ਉੱਥੇ ਜਾ ਕੇ ਕਰਾਂਗੇ ਵੀ ਕੀ? ਮੈਂ ਜੇ ਪਿਛਲੇ ਕਈ ਘੰਟਿਆਂ ਤੋਂ ਸੋਚੀ ਪਿਆ ਤਾਂ ਸਿਰਫ ਇਸੇ ਗੱਲ ਨੂੰ ਲੈ ਕੇ ਕਿ ਇਹ ਜਿਹੜਾ ਅਸੀਂ ਫਸੀਆਂ ਨੂੰ ਛੱਡ ਕੇ ਉੱਡਦੀਆਂ ਮਗਰ ਭੱਜਣ ਦਾ ਰਾਤੀ ਫੈਸਲਾ ਕੀਤਾ ਏ, ਕੀ ਇਹ ਠੀਕ ਸੀ? ਤੂੰ ਲੰਮਿਆਂ ਝੇੜਿਆਂ ਨੂੰ ਛੱਡ ਕਰਤਾਰ, ਟੁੰਡੀ ਲਾਟ ਜ਼ਰਾ ਕੌੜ ਵਿੱਚ ਕਹਿਣ ਲੱਗਾ। ਗੱਲ ਜੇ ਕੋਈ ਮਤਲਬ ਦੀ ਹੈ ਤਾਂ ਦੱਸ, ਨਹੀਂ ਤੇ ਛੱਡ ਇਹਨਾਂ ਖਰੜ ਗਿਆਨਾਂ ਨੂੰ। ਤੇਰੇ ਵਾਂਗ ਮੈਂ ਵੀ ਤੇ ਸ਼ਾਇਦ ਜਗਤ ਸਿੰਘ ਵੀ ਮੰਨਨੇ ਆ ਕਿ ਰੂਸ ਵਿੱਚ ਜਾ ਕੇ ਸਾਡੇ ਲਈ ਫੂੜੀਆਂ ਤੇ ਮੱਖਣ ਨਹੀਂ ਰੱਖਿਆ ਹੋਇਆ। ਪਰ ਸਵਾਲ ਤਾਂ ਇਹ ਹੈ ਕਿ ਮੌਜੂਦਾ ਸੂਰਤ ਵਿੱਚ ਹੋਰ ਅਸੀਂ ਕਰ ਵੀ ਕੀ ਸਕਦੇ ਹਾਂ? ਤੇ ਜੇ ਇੱਥੇ ਤੱਕ ਪਹੁੰਚ ਕੇ ਅਸੀਂ ਪੰਜਾਬ ਵੱਲ ਹੀ ਪਰਤਣਾ ਸੀ ਤਾਂ ਮੈਂ ਪੁੱਛਣਾ, ਪਹਿਲਾਂ ਹੀ ਕਿਉਂ ਕਾਹਲੀ ਪਾਈ ਸਹੀ ਉੱਥੋਂ ਭੱਜਣ ਦੀ? ਸਰਾਭਾ ਬੋਲਿਆ, ਮੈਂ ਚਾਹੁੰਦਾ ਕਿ ਪੰਜਾਬ ਜਾ ਕੇ ਅਸੀਂ ਆਪਣੀ ਬਿਖਰੀ ਤਿਖਰੀ ਤਾਕਤ ਨੂੰ ਮੁੜ ਇਕੱਠਿਆਂ ਕਰਕੇ ਨਵੇਂ ਸਿਰਿਓਂ ਕੰਮ ਸ਼ੁਰੂ ਕਰੀਏ। ਤੁਸੀਂ ਦੋਵੇਂ ਜ਼ਰੂਰ ਮੇਰੀਆਂ ਗੱਲਾਂ ਨੂੰ ਸ਼ੇਖ ਚਿੱਲੀ ਵਾਲੇ ਪੁਲਾ ਸਮਝ ਰਹੇ ਹੋਵੋਗੇ, ਪਰ ਮੇਰੀ ਕੁਵਤ ਇਰਾਦੀ ਐਡੀ ਕਮਜ਼ੋਰ ਨਹੀਂ ਕਿ ਤੁਹਾਡੀਆਂ ਟਿਚਕਰਾਂ ਨਾਲ ਝੌਂ ਜਾਵਾਂ। ਇਹ ਮੈਂ ਸਮਝ ਰਿਹਾ ਵਾਂ ਕਿ ਐਡੀ ਖਤਰਿਆਂ ਭਰੀ ਫਿਜ਼ਾ ਵਿੱਚ ਮੇਰੇ ਸੋਚੇ ਹੋਏ ਤਰੀਕਿਆਂ ਦੇ ਕਾਮਯਾਬ ਹੋਣ ਦੀ ਉਮੀਦ ਘੱਟ ਤੇ ਨਾਕਾਮੀ ਦਾ ਖਤਰਾ ਜ਼ਿਆਦਾ ਏ। ਪਰ ਫਿਰ ਕੀ ਹੋਇਆ? ਕਰਤਾਰ ਸਿੰਘ ਜਾਂ ਟੁੰਡੀ ਲਾਟ ਜਾਂ ਜਗਤ ਸਿੰਘ ਦੇ ਮਰ ਜਾਣ ਨਾਲ ਦੁਨੀਆ ਦੀ ਆਬਾਦੀ ਘੱਟ ਤਾਂ ਨਹੀਂ ਜਾਏਗੀ, ਨਾ ਹੀ ਕੋਈ ਕਿਆਮਤ ਆ ਜਾਣੀ ਹੈ। ਮੈਂ ਤਾਂ ਕਹਿਣਾ, ਆਦਮੀ ਬੇਸ਼ੱਕ ਮਰ ਜਾਏ ਪਰ ਉਸਦੀ ਕੁਵਤ ਇਰਾਦੀ ਨਹੀਂ ਮਰਨੀ ਚਾਹੀਦੀ। ਉਸ ਨੂੰ ਆਪਣੇ ਨਿਸ਼ਾਨੇ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ। ਮੰਨ ਲਓ ਪੰਜਾਬ ਪਹੁੰਚਦਿਆਂ ਹੀ ਅਸੀਂ ਤਿੰਨੇ ਫੜ ਕੇ ਫਾਹੇ ਲਾ ਦਿੱਤੇ ਜਾਂਦੇ ਹਾਂ, ਪਰ ਹੁਣ ਵੀ ਤਾਂ ਅਸੀਂ ਮੌਤ ਦੇ ਪੰਜੇ ਵਿੱਚ ਹਾਂ। ਫਿਰ ਜੇ ਮਰਨਾ ਹੀ ਹੈ ਤੇ ਭੰਗ ਦੇ ਭਾਅ ਕਿਉਂ ਮਰੀਏ? ਸ਼ੇਰਾਂ ਵਾਲੀ ਮੌਤੇ ਕਿਉਂ ਨਾ ਮਰੀਏ? ਕਾਮਯਾਬੀ ਮਿਲੇ ਭਾਵੇਂ ਨਾ ਮਿਲੇ। ਬੋਲਦਾ ਬੋਲਦਾ ਸਰਾਭਾ ਇਤਨੇ ਆਵੇਸ਼ ਵਿੱਚ ਆ ਗਿਆ ਕਿ ਉਸਦੇ ਚਿਹਰੇ ਤੇ ਲਾਲੀ ਚਮਕਣ ਲੱਗ ਪਈ। ਜਵਾਬ ਵਿੱਚ ਟੁੰਡੀ ਲਾਟ ਨੇ ਕੁਝ ਕਹਿਣ ਲਈ ਬੁੱਲ ਹਿਲਾਏ ਸਨ। ਉਸਨੂੰ ਰੋਕਦਾ ਹੋਇਆ ਉਹ ਉਵੇਂ ਹੀ ਕਹੀ ਗਿਆ, ਰਤਾ ਠਹਿਰ ਚਾਚਾ, ਮੈਨੂੰ ਮੇਰੀ ਗੱਲ ਪੂਰੀ ਕਰ ਲੈਣ ਦੇ। ਸੋ ਮੇਰਾ ਮਤਲਬ ਇਹ ਹੈ ਕਿ ਪੰਜਾਬ ਜਾ ਕੇ ਅਸੀਂ ਕੁਝ ਸਵਾਰ ਸਕੀਏ ਭਾਵੇਂ ਨਾ, ਪਰ ਕੁਝ ਨਾ ਕੁਝ ਕਰਕੇ ਜਾਂ ਕਰਦੇ ਹੋਏ ਜੇ ਫੜੇ ਮਾਰੇ ਵੀ ਗਏ ਤਾਂ ਇੰਨੀ ਗੱਲ ਵੀ ਸਾਡੀ ਤਸੱਲੀ ਲਈ ਕਾਫੀ ਹੋਵੇਗੀ। ਪਰ ਇਸ ਵੇਲੇ ਅਸੀਂ ਜਿਸ ਹਾਲਾਤ ਵਿੱਚ ਹਾਂ ਤੇ ਕਾਬਲ ਵਿੱਚ ਜੋ ਕੁਝ ਹੋ ਰਿਹਾ ਹੈ, ਇਸ ਦਾ ਮਤਲਬ ਸਾਫ਼ ਹੈ, ਅਸੀਂ ਭੰਗ ਦੇ ਭਾਅ ਮਾਰੇ ਜਾਵਾਂਗੇ। ਦੋਹਾਂ ਨੇ ਇਹ ਗੱਲਾਂ ਪੂਰੇ ਧਿਆਨ ਨਾਲ ਸੁਣੀਆਂ ਤੇ ਸੁਣਨ ਦੇ ਨਾਲ ਨਾਲ ਉਹ ਸਰਾਭੇ ਦੀ ਇਸ ਨਵੀਂ ਜੁਗਤ ਬਾਰੇ ਵੀ ਸੋਚੀ ਜਾ ਰਹੇ ਸਨ। ਅਜੇ ਤੱਕ ਪੂਰੇ ਤੌਰ ਤੇ ਇਹਨਾਂ ਦੀ ਸੰਤੁਸ਼ਟਤਾ ਨਹੀਂ ਸੀ ਹੋਈ। ਅੱਛਾ ਕਰਤਾਰ, ਟੁੰਡੀ ਲਾਟ ਨੇ ਪੁੱਛਿਆ, ਪਹਿਲਾਂ ਇਹ ਦੱਸ, ਜੋ ਪੰਜਾਬ ਜਾ ਕੇ ਜਿਹੜੀ ਤੂੰ ਕੁਝ ਕਰਨ ਵਾਲੀ ਗੱਲ ਕਹੀ ਏ, ਇਸ ਤੋਂ ਕੀ ਮਤਲਬ ਹੈ ਤੇਰਾ? ਮੈਂ ਤੇਰੀ ਗੱਲ ਨਾਲ ਇਸ ਹੱਦ ਤੱਕ ਤਾਂ ਮੁਤਫਿਕ ਹਾਂ ਕਿ ਕੁਝ ਨਾ ਕਰਨ ਨਾਲੋਂ ਕੁਝ ਕਰਕੇ ਫੜੇ ਜਾਣਾ 1000 ਦਰਜੇ ਚੰਗਾ ਹੈ। ਪਰ ਸਵਾਲ ਇਹ ਹੈ ਕਿ ਮੌਜੂਦਾ ਹਾਲਾਤ ਵਿੱਚ ਸਾਡੇ ਕਰਨ ਲਈ ਕੰਮ ਹੈ ਕਿਹੜਾ? ਮੈਂ ਦੱਸਣਾ ਚਾਚਾ, ਸਰਾਭਾ ਉਸੇ ਜੋਸ਼ ਵਿੱਚ ਬੋਲਿਆ। ਇਹ ਯਕੀਨੀ ਹੈ ਕਿ ਮੌਜੂਦਾ ਹਾਲਾਤ ਵਿੱਚ ਅਵਲ ਤਾਂ ਅਸੀਂ ਕਾਬੁਲ ਨਹੀਂ ਪਹੁੰਚ ਸਕਦੇ। ਜੇ ਜਾ ਵੀ ਪਹੁੰਚੇ ਤਾਂ ਉਸੇ ਤਰ੍ਹਾਂ ਉੱਥੋਂ ਦੀ ਹਕੂਮਤ ਸਾਨੂੰ ਫੜ ਕੇ ਅੰਗਰੇਜ਼ਾਂ ਦੇ ਹਵਾਲੇ ਕਰ ਦੇਵੇਗੀ, ਜਿਵੇਂ ਅਖਬਾਰ ਵਿੱਚ ਉਹਨਾਂ 16 ਆਦਮੀਆਂ ਬਾਰੇ ਪੜ੍ਹ ਚੁੱਕੇ ਹਾਂ। ਫਿਰ ਕਿਉਂ ਅਸੀਂ ਜਾਣਬੁੱਝ ਕੇ ਝੱਲਪੁਣਾ ਕਰੀਏ? ਕਿਉਂ ਨਾ ਪਿਛਾਂ ਪਰਤ ਜਾਈਏ? ਬਾਕੀ ਰਿਹਾ ਚਾਚਾ ਤੇਰਾ ਇਹ ਸਵਾਲ ਕਿ ਉੱਥੇ ਜਾ ਕੇ ਅਸੀਂ ਕਰਾਂਗੇ ਕੀ? ਸਾਡੇ ਕਰਨ ਲਈ ਇੱਕ ਨਹੀਂ ਅਨੇਕਾਂ ਕੰਮ ਪਏ ਨੇ। ਸਭ ਤੋਂ ਵੱਡਾ ਕੰਮ ਜੇਲ੍ਹਾਂ ਤੋੜ ਕੇ ਆਪਣੇ ਸਾਥੀਆਂ ਨੂੰ ਆਜ਼ਾਦ ਕਰਾਉਣਾ। ਦੂਜਾ ਕੰਮ ਹੈ ਛਾਉਣੀਆਂ ਵਿੱਚ ਜਾ ਕੇ ਨਵੇਂ ਸਿਰੇ
ਫੌਜੀ ਭਰਾਵਾਂ ਦੀ ਜਥੇਬੰਦੀ ਕਾਇਮ ਕਰਨੀ ਤੇ ਉਹਨਾਂ ਦੇ ਡਿੱਗੇ ਹੋਏ ਹੌਸਲਿਆਂ ਨੂੰ ਵਧਾਉਣਾ। ਤੀਜਾ ਕੰਮ ਹੈ ਆਪਣੇ ਦੁਸ਼ਮਣ ਨੰਬਰ 1 ਉਹਨਾਂ ਹਿੰਦੀ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨਾ, ਜਿਹੜੇ ਅੱਜ ਖੁੱਲੇ ਬੰਦੀ ਮੁਖਬਰੀਆਂ ਕਰ ਕਰਕੇ ਝੂਠੀਆਂ ਗਵਾਹੀਆਂ ਦੇ ਦੇ ਕੇ ਸਾਡੇ ਸਾਥੀਆਂ ਲਈ ਰੱਸੇ ਪੈੜੇ ਵੱਟਣ ਵਿੱਚ ਲੱਗੇ ਹੋਏ ਨੇ। ਚੌਥਾ ਕੰਮ ਹੋਵੇਗਾ ਆਪਣੇ ਅੰਡਰਗਰਾਉਂਡ ਸਾਥੀਆਂ ਨੂੰ ਲੱਭ ਕੇ ਇਕੱਠਿਆਂ ਕਰਨਾ, ਜਿਹੜੇ ਵਿਚਾਰੇ ਜੰਗਲਾਂ ਬੀਆਬਾਨਾਂ ਵਿੱਚ ਭਟਕਦੇ ਹੋਏ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲਟਕ ਰਹੇ ਨੇ। ਕੀ ਇਹ ਕੰਮ ਥੋੜੇ ਨੇ ਸਾਡੇ ਕਰਨ ਲਈ? ਸੁਣ ਕੇ ਜਗਤ ਸਿੰਘ ਨੇ ਟਿਚਕਰੀ ਢੰਗ ਨਾਲ ਕਿਹਾ, ਪਰ ਜੇ ਬਗਾਨੇ ਪੁੱਤਰਾਂ ਨੇ ਜਾਂਦਿਆਂ ਹੀ ਬਟੇਰੇ ਵਾਂਗ ਸਾਡੀ ਗਿੱਚੀ ਮਰੋੜ ਕੇ ਰੱਖ ਦਿੱਤੀ ਫੇਰ? ਤੇਰੇ ਇਸ ਸਵਾਲ ਦਾ ਜਵਾਬ ਮੈਂ ਦੇ ਚੁੱਕਾ ਬਾਈ। ਸਰਾਭਾ ਤਮਕ ਕੇ ਬੋਲਿਆ ਕਿ ਅਸੀਂ ਕੁਝ ਕਰਨ ਲਈ ਜਾਵਾਂਗੇ, ਪਰ ਜੇ ਕੁਝ ਵੀ ਨਾ ਕਰ ਸਕੇ ਤਾਂ ਬਹਾਦਰਾਂ ਵਾਲੀ ਮੌਤ ਤਾਂ ਮਰ ਸਕਾਂਗੇ। ਆਪਣੀ ਧੁਨ ਵਿੱਚ ਲੱਗਿਆ, ਜੇ ਬੰਦਾ ਮਾਰਿਆ ਵੀ ਜਾਏ ਤਾਂ ਕੀ ਇਸ ਨੂੰ ਤੂੰ ਬਹਾਦਰਾਂ ਵਾਲੀ ਮੌਤ ਨਹੀਂ ਸਮਝਦਾ? ਕਰਤਾਰ ਠੀਕ ਕਹਿ ਰਿਹਾ ਜਗਤ ਸਿਆਂ। ਟੁੰਡੀ ਲਾਟ ਨੇ ਜਗਤ ਸਿੰਘ ਨੂੰ ਮਿੱਠੀ ਜਿਹੀ ਤਾੜਨਾ ਕੀਤੀ। ਗੱਲ ਇਸਨੇ ਮਾਰ ਕੇ ਦੀ ਕਹੀ ਹੈ ਕਿ ਜੇ ਮਰਨਾ ਹੀ ਹੈ ਤਾਂ ਫਿਰ ਸਵਾਦਲੀ ਮੌਤੇ ਕਿਉਂ ਨਾ ਮਰਿਆ ਜਾਏ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕਾਬਲ ਜਾਂਦਿਆਂ ਜਾਂ ਉੱਥੇ ਪਹੁੰਚ ਕੇ ਵੀ ਜੇ ਮੌਤ ਨੇ ਪਿੱਛਾ ਨਹੀਂ ਛੱਡਣਾ ਤਾਂ ਇਸ ਨਾਲੋਂ ਤਾਂ ਚੰਗਾ ਹੈ ਕਿ ਆਪਣੀਆਂ ਲੀਹਾਂ ਤੇ ਤੁਰਦੇ ਹੋਏ ਮਰੀਏ। ਅਲਬੱਤਾ ਇੱਕ ਗੱਲ ਸੋਚਣ ਵਾਲੀ ਜ਼ਰੂਰ ਹੈ, ਜਿਨ੍ਹਾਂ ਕੰਮਾਂ ਦੇ ਕਰਨ ਬਾਰੇ ਕਰਤਾਰ ਨੇ ਜ਼ਿਕਰ ਕੀਤਾ ਉਹ ਐਸੇ ਕੰਮ ਨਹੀਂ ਜਿਹੜੇ ਖਾਲੀ ਹੱਥੀਂ ਕੀਤੇ ਜਾ ਸਕਣ। ਸੁਣ ਚਾਚਾ, ਸਰਾਭਾ ਬੋਲ ਪਿਆ, ਮੈਂ ਵੀ ਤਾਂ ਨਿਰੇ ਸ਼ੇਖ ਚੀਲੀਆਂ ਵਾਲੇ ਪਲਾਨ ਹੀ ਪਕਾਣ ਡਿਆ ਹੋਇਆ। ਆਖਰ ਇਸ ਬਾਰੇ ਵੀ ਤਾਂ ਕੁਝ ਸੋਚਿਆ ਹੀ ਹੋਵੇਗਾ। ਹਲਾ ਟੁੰਡੀ ਲਾਟ ਨੇ ਉਸ ਦੇ ਬੋਲਾਂ ਵਿੱਚੋਂ ਉਮੀਦ ਦੀ ਝਲਕ ਮਹਿਸੂਸ ਕਰਦਿਆਂ ਪੁੱਛਿਆ, ਤਾਂ ਕੋਈ ਛੱਡ ਆਇਆ ਜ਼ਖੀਰਾ? ਬਹੁਤਾ ਨਹੀਂ ਚਾਚਾ, ਉਸ ਜਵਾਬ ਦਿੱਤਾ, ਪਰ ਬਿਲਕੁਲ ਸੱਖਣਾ ਵੀ ਨਹੀਂ ਮੈਂ। ਤੈਨੂੰ ਪਤਾ ਏ, ਅਮਰੀਕਾ ਤੋਂ ਤੁਰਨ ਵੇਲੇ ਜਿੰਨਾ ਕੁ ਅਸਲਾ ਸਾਡੇ ਲੋਕਾਂ ਪਾਸ ਸੀ, ਜੇ ਕਦੇ ਸਹੀ ਸਲਾਮਤ ਦੇਸ਼ ਅੱਪੜ ਜਾਂਦਾ ਤਾਂ ਬਥੇਰੇ ਕੰਮ ਸਾਰ ਦਿੰਦਾ, ਪਰ ਫਿਰ ਵੀ ਕੁਝ ਨਾ ਕੁਝ ਤਾਂ ਅਸੀਂ ਲੈ ਹੀ ਆਏ ਸਾਂ ਚੋਰੀ ਛਿਪੇ। ਜਿਹੜੇ 100 ਕਬੂਤਰ ਰਸਤੇ ਵਿੱਚ ਕੌਮਾ ਗਾਟਾ ਮਾਰੂ ਵਾਲਿਆਂ ਨੂੰ ਦਿੱਤੇ ਸਨ, ਉਹਨਾਂ ਨਾਲ ਦੇ ਕੁਝ ਹੋਰ ਵੀ ਹੈ ਸਨ ਮੇਰੇ ਕੋਲ, ਜਿਹੜੇ ਬਾਲਟੀਆਂ ਦੇ ਤਲਿਆਂ ਵਿੱਚ ਲੁਕੋਏ ਹੋਣ ਕਰਕੇ ਸਹੀ ਸਲਾਮਤ ਆ ਗਏ ਸਨ। ਉਸ ਤੋਂ ਬਾਅਦ ਸਾਨੇਵਾਲ ਤੇ ਪਿੰਗਲੇ ਦੀ ਮਦਦ ਨਾਲ ਵੀ ਕਾਫੀ ਸਟਾਕ ਮਿਲ ਗਿਆ ਸੀ। ਇਹ ਜ਼ਖੀਰਾ ਕੁਝ ਤਾਂ ਸਾਥੀਆਂ ਵਿੱਚ ਵੰਡ ਦਿੱਤਾ ਸੀ ਤੇ ਬਾਕੀ 19 ਤਰੀਕ ਦੀ ਸ਼ਾਮ ਨੂੰ ਵੰਡਣਾ ਸੀ, ਪਰ ਬਦਕਿਸਮਤੀ ਨੂੰ ਉਹ ਵਕਤ ਆਇਆ ਹੀ ਨਾ। ਮੈਂ ਉਹਨਾਂ ਸਾਰੇ ਕਬੂਤਰਾਂ ਤੇ ਆਂਡਿਆਂ ਦੀਆਂ 3 ਕੁ ਪੇਟੀਆਂ ਨੂੰ ਜਿੱਥੇ ਰੱਖਿਆ ਸੀ, ਉੱਥੇ ਹੀ ਅੱਜ ਤੀਕ ਸਭ ਕੁਝ ਦੱਬਿਆ ਪਿਆ ਹੋਵੇਗਾ। ਹੋਰ ਕਿਸੇ ਨੂੰ ਉਸ ਦਾ ਨਹੀਂ ਪਤਾ। ਸੋ ਮੇਰਾ ਖਿਆਲ ਹੈ ਚਾਚਾ, ਉਹ ਜ਼ਖੀਰਾ ਅਸੀਂ ਵਰਤੋਂ ਵਿੱਚ ਲਿਆ ਸਕਾਂਗੇ, ਪਰ ਇਤਨੇ ਨਾਲ ਵੀ ਜੇ ਕੰਮ ਸਰਦਾ ਨਾ ਦਿਸਿਆ ਤਾਂ ਇੱਕ ਹੋਰ ਵੀ ਠਾਰ ਹੈ, ਜਿੱਥੇ ਸ਼ਿਕਰਿਆਂ ਦਾ ਸਟਾਕ ਮਿਲ ਜਾਣ ਦੀ ਆਸ ਏ। ਸ਼ਿਕਰਿਆਂ ਦਾ ਇਨਕਲਾਬੀਆਂ ਦੀ ਬੋਲੀ ਵਿੱਚ ਅਰਥ ਸੀ ਛੋਟੇ ਬੰਬ। ਵੱਡੇ ਬੰਬਾਂ ਨੂੰ ਬਾਜ਼ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਬੰਦੂਕਾਂ ਨੂੰ ਮੁਰਗੀਆਂ ਤੇ ਪਿਸਤੌਲਾਂ ਨੂੰ ਕਬੂਤਰ ਤੇ ਕਾਰਤੂਸਾਂ ਨੂੰ ਆਂਡੇ ਕਿਹਾ ਜਾਂਦਾ ਸੀ। ਆ ਗਈ ਸਮਝ? ਟੁੰਡੀ ਲਾਟ ਬੋਲ ਉੱਠਿਆ, ਉਹਨਾਂ ਹੀ ਸ਼ਿਕਰਿਆਂ ਦੀ ਗੱਲ ਪਿਆ ਕਰਨਾ ਹੈ ਨਾ ਜਿਹੜੇ ਡਾਕਟਰ ਮਥਰਾ ਨੇ ਤਿਆਰ ਕੀਤੇ ਸਨ, ਅਰਥਾਤ ਜੋ ਉਸਨੇ ਬੰਬ ਫੈਕਟਰੀ ਵਿੱਚ ਬਣਾਏ ਸਨ। ਆਹੋ ਚਾਚਾ, ਸਰਾਭੇ ਨੇ ਪੁਸ਼ਟੀ ਕੀਤੀ, ਮਾਲ ਭਾਵੇਂ ਇਤਨਾ ਵਧੀਆ ਨਹੀਂ ਸੀ, ਪਰ ਗੁਜ਼ਾਰੇ ਜੋਗਾ ਤਾਂ ਹੈ ਹੀ। ਪਰ ਦਿੱਕਤ ਵੱਡੀ ਇਹ ਹੈ ਚਾਚਾ ਕਿ ਡਾਕਟਰ ਮਥਰਾ ਸਿੰਘ ਨੇ ਪਤਾ ਨਹੀਂ ਕਿੱਥੇ ਰੱਖਿਆ ਉਹ ਸਟਾਕ। ਨਾ ਹੀ ਖੁਦ ਡਾਕਟਰ ਬਾਰੇ ਇਸ ਵੇਲੇ ਸਾਨੂੰ ਕੁਝ ਪਤਾ ਹੈ ਕਿ ਉਹ ਕਿਹੜੇ ਪਾਸੇ ਨਿਕਲ ਗਿਆ ਹੈ, ਪਰ ਫਿਲਹਾਲ ਸਾਡੀ ਤਸੱਲੀ ਲਈ ਇਤਨਾ ਕਾਫੀ ਹੈ। ਉਤਸ਼ਾਹ ਵਿੱਚ ਭਰ ਕੇ ਟੁੰਡੀ ਲਾਟ ਬੋਲਿਆ, ਫਿਰ ਤਾਂ ਭਾਈ ਕਰਨ ਦਾ ਵੀ ਸਵਾਦ ਆ ਜਾਵੇਗਾ ਤੇ ਮਰਨ ਦਾ ਵੀ। ਮੈਨੂੰ ਇਹੋ ਡਰ ਸੀ ਕਿ ਮੁੰਡਾ ਕਿਤੇ ਫੋਕੇ ਹੀ ਦਮਗਜੇ ਨਾ ਮਾਰੀ ਜਾ ਰਿਹਾ ਹੋਵੇ। ਸਰਾਭੇ ਨੇ ਹੋਰ ਦੱਸਿਆ, ਤੇ ਜੇ ਜ਼ਿਆਦਾ ਲੋੜ ਪਈ ਤਾਂ ਬੰਗਾਲ ਵਿੱਚ ਵੀ ਕੁਝ ਠਾਰਾਂ ਨੇ ਚਾਚਾ, ਜਿੱਥੋਂ ਜ਼ਰਾ ਮਹਿੰਗੇ ਮੁੱਲ ਤੋਂ ਮੰਗਾਏ ਜਾ ਸਕਦੇ ਨੇ। ਟੁੰਡੀ ਲਾਟ ਵਾਂਗ ਜਗਤ ਸਿੰਘ ਨੇ ਵੀ ਐਤਕਾਂ ਉਤਸ਼ਾਹ ਪ੍ਰਗਟ ਕੀਤਾ। ਫੇਰ ਨਹੀਂ ਲਈਦੇ ਆਪਾਂ, ਨਾਲੇ ਜਿੰਨਾ ਕੁ ਹੋ ਸਕਿਆ ਸ਼ਾਇਦ ਮੈਂ ਵੀ ਕੁਝ ਹੱਥ ਪਟਾਵਾਂਗਾ ਤੁਹਾਡਾ ਇਸ ਕੰਮ ਵਿੱਚ। ਤੂੰ ਬਈ? ਸਰਾਭੇ ਨੇ ਹੋਰ ਉਤਸ਼ਾਹਿਤ ਹੋ ਕੇ ਪੁੱਛਿਆ, ਤੂੰ ਵੀ ਕਿਤੇ ਕੁਝ ਰੱਖ ਕੇ ਆਇਆ? ਰੱਖ ਰੁੱਖ ਕੇ ਤਾਂ ਕਿਤੇ ਨਹੀਂ ਕੁਝ ਆਇਆ, ਉਹ ਕਹਿਣ ਲੱਗਾ, ਪਰ ਇੱਕ ਦੋਸਤ ਹੈ ਮੇਰਾ ਜਿਸ ਦੀ ਮਦਦ ਨਾਲ ਕਾਫੀ ਕੁਝ ਮਿਲ ਸਕਣ ਦੀ ਉਮੀਦ ਹੈ। ਸਰਾਭੇ ਨਾਲੋਂ ਵੀ ਟੁੰਡੀ ਲਾਟ ਜ਼ਿਆਦਾ ਖੁਸ਼ ਹੋ ਕੇ ਉਸਨੂੰ ਕਹਿਣ ਲੱਗਾ, ਹੋਏ ਮੈਂ ਤਾਂ ਸਮਝਿਆ ਸੀ ਨਿਰਾ ਖੋਤੇ ਲੱਦਣ ਜਾਣਨਾ ਹੈ, ਪਰ ਤੂੰ ਤੇ ਆਹੋ। ਜਗਤ ਸਿੰਘ ਨੇ ਹਾਸੇ ਦਾ ਜਵਾਬ ਹਾਸੇ ਵਿੱਚ ਦਿੰਦਿਆਂ ਕਿਹਾ, ਖੋਤੇ ਲੱਦਣ ਤੋਂ ਛੁੱਟ ਘੋੜੇ ਦੌੜਾਉਣੇ ਵੀ ਜਾਣਨਾ ਵਾ। ਹੋਏ ਪਤਾ ਹੈ ਸਾਨੂੰ ਸਾਰਿਆਂ ਨੂੰ, ਸਰਾਭਾ ਬੋਲਿਆ, 23ਵੇਂ ਰਸਾਲੇ ਵਿੱਚ ਨੌਕਰੀ ਜੋ ਕਰ ਚੁੱਕਾ ਹੈ। ਤਾਂ
ਉੱਥੇ ਕੋਈ ਠਾਰ ਬਣਾ ਕੇ ਆਇਆ ਹੋਏਗਾ। ਕਿਉਂ? ਤੇਰਾ ਕਿਆਸ ਠੀਕ ਹੈ ਕਰਤਾਰ, ਜਗਤ ਸਿੰਘ ਵੇਰਵੇ ਨਾਲ ਦੱਸਣ ਲੱਗਾ। ਉੱਥੇ ਇੱਕ ਰਸਾਲਦਾਰ ਦੇ ਅੜਦਲੀ ਨਾਲ ਦੋਸਤੀ ਪੈ ਗਈ ਸੀ। ਤੁਹਾਨੂੰ ਪਤਾ ਏ, ਅੜਦਲੀਆਂ ਦੇ ਹੱਥ ਵਿੱਚ ਬੜਾ ਕੁਝ ਹੁੰਦਾ ਏ। ਉਸ ਮੇਰੇ ਨਾਲ ਇਕਰਾਰ ਕੀਤਾ ਹੋਇਆ ਕਿ ਜਦੋਂ ਵੀ ਮੈਨੂੰ ਲੋੜ ਪਵੇ, ਵਲੈਤੀ ਨਸਲ ਦੀਆਂ ਕਾਫੀ ਸਾਰੀਆਂ ਕੁੱਕੜੀਆਂ ਤੇ ਆਂਡੇ ਮੈਨੂੰ ਦੇ ਸਕੇਗਾ। ਹੈ ਤਾਂ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਬਾਈ, ਸਰਾਬੇ ਨੇ ਸ਼ੰਕਾ ਪ੍ਰਗਟ ਕੀਤੀ। ਪਰ ਮੌਜੂਦਾ ਹਾਲਾਤ ਵਿੱਚ ਮੀਆਂ ਮੀਰ ਛਾਉਣੀ ਵਿੱਚ ਸਾਡਾ ਦਾਖਲ ਹੋਣਾ ਕਿਹੜਾ ਸੌਖਾ ਏ। ਮੀਆਂ ਮੀਰ ਜਾਣ ਦੀ ਲੋੜ ਨਹੀਂ ਪੈਣੀ ਕਰਤਾਰ। ਤੇ ਹੋਰ ਕਿੱਥੇ? ਸਾਨੂੰ ਸਰਗੋਧੇ ਜਾਣਾ ਪਵੇਗਾ, ਚੱਕ ਨੰਬਰ 5 ਵਿੱਚ, ਜਿੱਥੇ 23ਵੇਂ ਰਸਾਲੇ ਦਾ ਘਾਹ ਫਾਰਮ ਏ। ਉੱਥੇ ਹੀ ਹੁੰਦਾ ਹੈ ਮੇਰਾ ਦੋਸਤ ਬੂੜ ਸਿੰਘ ਅੜਦਲੀ। ਚਲੋ, ਟੁੰਡੀ ਲਾਟ ਬੁੜ ਕੇ ਬੋਲਿਆ, ਕੁਝ ਨਾ ਕੁਝ ਆੜਾ ਬਾੜਾ ਤਾਂ ਹੋ ਹੀ ਜਾਏਗਾ, ਇੰਨੇ ਨਾਲ ਜੋ ਹੋਏਗਾ ਦੇਖਿਆ ਜਾਏਗਾ। ਕਿਸੇ ਨੂੰ ਕੁਝ ਹੈ ਪਤਾ? ਜਗਤ ਸਿੰਘ ਨੇ ਸਰਾਬੇ ਨੂੰ ਪੁੱਛਿਆ ਕਿ ਡਾਕਟਰ ਮਥੁਰਾ ਸਿੰਘ ਕਿੱਥੇ ਐ ਇਸ ਵੇਲੇ। ਡੁੱਬੀ ਤਾਂ ਜੇ ਸਾਹ ਨਾ ਆਇਆ। ਫਿੱਕਾ ਜਿਹਾ ਹਾਸਾ ਹੱਸਿਆ ਸਰਾਬੇ ਨੇ। ਉਹ ਜੇ ਪਤਾ ਹੁੰਦਾ ਤਾਂ ਫਿਰ ਸੰਸਾ ਕਿਹੜੀ ਗੱਲ ਦਾ ਸੀ। ਅਖਬਾਰ ਵਿੱਚੋਂ ਹੀ ਤਾਂ ਪੜ੍ਹਿਆ ਕਿ ਉਹ ਸਰਹੱਦ ਵੱਲ ਚਲਾ ਗਿਆ ਏ। ਸ਼ਾਇਦ ਅਜੇ ਤੱਕ ਉਹ ਫੜਿਆ ਨਹੀਂ ਗਿਆ ਹੋਣਾ, ਟੁੰਡੀ ਲਾਟ ਨੇ ਟੀਚਾ ਲਾਇਆ। ਬੇਸ਼ੱਕ, ਸਰਾਬੇ ਨੇ ਉੱਤਰ ਦਿੱਤਾ, ਨਹੀਂ ਤਾਂ ਅਖਬਾਰਾਂ ਵਿੱਚ ਨਾ ਛਪ ਗਿਆ ਹੁੰਦਾ ਉਸ ਦੀ ਗ੍ਰਿਫਤਾਰੀ ਬਾਰੇ। ਕੋਈ ਗੁਮਨਾਮ ਬੰਦਾ ਤਾਂ ਹੈ ਨਹੀਂ ਉਹ। ਫਿਰ ਜਦ ਕਿ ਪੁਲਿਸ ਨੇ ਇਨਾਮ ਵੀ ਰੱਖਿਆ ਹੋਇਆ ਉਸ ਦੀ ਗ੍ਰਿਫਤਾਰੀ ਲਈ। ਖੈਰ, ਟੁੰਡੀ ਲਾਟ ਨੇ ਫੈਸਲਾਕੁਨ ਲਹਿਜੇ ਵਿੱਚ ਕਿਹਾ, ਉੱਥੇ ਜਾ ਕੇ ਕੋਸ਼ਿਸ਼ ਕਰਾਂਗੇ ਉਸ ਦੀ ਖੋਜ ਕੱਢਣ ਦੀ। ਫਿਲਹਾਲ ਸਾਨੂੰ ਕਰਤਾਰ ਦੀ ਉਹ ਤਜਵੀਜ਼ ਉੱਤੇ ਅਮਲ ਕਰਨਾ ਚਾਹੀਦਾ ਏ, ਛੇਤੀ ਤੋਂ ਛੇਤੀ। ਸਾਡੇ ਮੁੜਨ ਤੀਕ ਮੇਰਾ ਖਿਆਲ ਏ ਫੜੋ ਫੜਾਈ ਦਾ ਹੰਗਾਮਾ ਵੀ ਕੁਝ ਕੱਸਾ ਹੋ ਗਿਆ ਹੋਵੇਗਾ। ਤਾਂ ਤੇਰਾ ਕੀ ਖਿਆਲ ਹੈ ਕਰਤਾਰ? ਸਾਨੂੰ ਸਰਗੋਧੇ ਜਾਣਾ ਚਾਹੀਦਾ ਏ? ਲਾਹੌਰ ਵੱਲ ਤਾਂ ਅਜਿਹੇ ਵੇਲੇ ਮੂੰਹ ਕਰਨਾ ਸਖਤ ਗਲਤੀ ਹੋਵੇਗੀ। ਠੀਕ ਹੈ ਚਾਚਾ, ਸਰਾਭਾ ਬੋਲਿਆ, ਸਰਗੋਧੇ ਵਾਲੀ ਸਲਾਹ ਚੰਗੀ ਏ। ਇੱਕ ਮੇਰੀ ਹੋਰ ਸਲਾਹ ਏ ਕਰਤਾਰ, ਜਗਤ ਸਿੰਘ ਨੇ ਉਸ ਨੂੰ ਸੰਬੋਧਨ ਕੀਤਾ। ਸਰਗੋਧੇ ਤਾਂ ਅਸੀਂ ਜਾਣਾ ਹੀ ਏ, ਕਿਉਂ ਨਾ ਉੱਥੇ ਜਾ ਕੇ ਡਾਕਟਰ ਮਥੁਰਾ ਸਿੰਘ ਦਾ ਪਤਾ ਸੁਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਉਸ ਦਾ ਪਿੰਡ ਵੀ ਤਾਂ ਉੱਥੇ ਨੇੜੇ ਹੀ ਸੁਣੀਂਦਾ ਏ। ਕਿਉਂ ਨਾ ਇੱਕੋ ਨਿਸ਼ਾਨੇ ਨਾਲ ਦੋ ਸ਼ਿਕਾਰ ਕੀਤੇ ਜਾਣ। ਗੱਲ ਤੂੰ ਲੱਖ ਦੀ ਆਖੀ ਏ ਬਾਈ। ਕਰਤਾਰ ਸਿੰਘ ਨੂੰ ਸਲਾਹ ਪਸੰਦ ਆਈ। ਕਿੰਨੀ ਕੁ ਦੂਰ ਏ ਸਰਗੋਧਿਓਂ ਉਹਦਾ ਪਿੰਡ? ਪੱਕੇ ਤੌਰ ਤੇ ਤਾਂ ਪਤਾ ਨਹੀਂ, ਇਤਨਾ ਜਾਣਨਾ ਵਾ ਕਿ ਜ਼ਿਲ੍ਹਾ ਜੇਹਲਮ ਦਾ ਏ ਉਹ। ਕੀ ਪਤਾ ਉਸਦੇ ਘਰਦਿਆਂ ਪਾਸੋਂ ਕੋਈ ਸੂਹ ਮਿਲ ਜਾਵੇ। ਬੜੀ ਨੇਕ ਸਲਾਹ ਏ। ਟੁੰਡੀ ਲਾਟ ਨੇ ਵੀ ਹਾਮੀ ਭਰੀ। ਤਾਂ ਫਿਰ ਸਰਾਬੇ ਨੇ ਦੋਹਾਂ ਉੱਤੇ ਸਾਂਝਾ ਸਵਾਲ ਕੀਤਾ। ਸਰਬਸੰਮਤੀ ਨਾਲ ਪਾਸ ਹੋਇਆ ਵਾਪਸ ਜਾਣ ਦਾ ਮਤਾ। ਬਈ ਮੁੰਡਿਆ, ਟੁੰਡੀ ਲਾਟ ਨੇ ਸਰਾਬੇ ਦੇ ਮੋਢੇ ਉੱਤੇ ਹਲਕਾ ਜਿਹਾ ਧੱਫਾ ਮਾਰ ਕੇ ਕਿਹਾ, ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਏ ਤੇਰੇ ਕੋਲ, ਜੋ ਕੁਝ ਇੱਕ ਵਾਰ ਮੂੰਹੋਂ ਕੱਢੇ ਮਨਾ ਕੇ ਹੀ ਛੱਡਣਾ ਏ। ਮੇਰੀ ਸਲਾਹ ਏ। ਜਗਤ ਸਿੰਘ ਨੇ ਘੜੀ ਵੱਲ ਤੱਕਦਿਆਂ ਕਾਹਲੀ ਪ੍ਰਗਟ ਕੀਤੀ। 7 ਵੱਜ ਚੁੱਕੇ ਨੇ। ਜੇਕਰ ਹਿੰਮਤ ਕੀਤੀ ਜਾਏ ਤਾਂ 1-1.5 ਘੰਟੇ ਵਿੱਚ ਪਿਸ਼ੌਰ ਪਹੁੰਚ ਕੇ ਅਸੀਂ 10 ਵਜੇ ਦੀ ਗੱਡੀ ਚੜ੍ਹ ਸਕਨੇ ਆ। ਫਿਰ ਉਹੀ ਗੱਡੀ ਦਾ ਰਾਗ। ਟੁੰਡੀ ਲਾਟ ਨੇ ਤਾੜਨਾ ਕੀਤੀ। ਤੇਰੀ ਸਲਾਹ ਏ ਕਿ ਅਟਕੋਂ ਉਰੇ ਹੀ ਸੂਬਾ ਸਰਹੱਦੀ ਪੁਲਿਸ ਦੇ ਕਾਬੂ ਆ ਜਾਈਏ। ਰਾਵਲਪਿੰਡੀ ਤੀਕ ਸਾਨੂੰ ਲਾਰੀ ਵਿੱਚ ਜਾਣਾ ਪਵੇਗਾ। ਭਾਈ ਧੰਨਾ ਸਿੰਘ ਨੂੰ ਉਠਾਲ ਕੇ ਕਿਹਾ ਜਾਵੇ ਕਿ ਜਲਦੀ ਤੋਂ ਜਲਦੀ ਸਵਾਰੀ ਦਾ ਇੰਤਜ਼ਾਮ ਕਰੇ। ਤੇ ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਕੁਝ ਤਾਂ ਆਪਣਾ ਪ੍ਰਸਤਾਵ ਕਬੂਲਿਆ ਜਾਣ ਕਰਕੇ, ਕੁਝ ਭਵਿੱਖ ਬਾਰੇ ਨੇਕ ਫਾਲ ਨੂੰ ਮਹਿਸੂਸ ਕਰਦਿਆਂ ਤੇ ਕੁਝ ਟੁੰਡੀ ਲਾਟ ਦੀ ਪ੍ਰਸ਼ੰਸਾ ਪਾ ਕੇ ਸਰਾਭਾ ਝੂਮਦਾ ਹੋਇਆ ਮਸਤੀ ਵਿੱਚ ਗੁਣਗਾਨ ਕਰਨ ਲੱਗ ਪਿਆ। ਸ਼ੇਰਾਂ ਵਾਲਾ ਰੂਪ ਧਾਰ ਗੱਜੀਏ ਮੈਦਾਨ ਵਿੱਚ, ਕੱਢੀਏ ਬਖਾਰ ਮਾਰ ਬਾਂਦਰਾਂ ਦੀ ਧਾੜ ਨੂੰ। ਢੂੰਡਿਆਂ ਨਾ ਲੱਭੂ ਕਿਤੇ ਗੋਰਿਆਂ ਦਾ ਖੁਰਾ, ਖੋਜ ਕੱਢਾਂਗੇ ਮਿਆਨ ਵਿੱਚੋਂ ਜਦੋਂ ਤਲਵਾਰ ਨੂੰ। ਜਾਬਰਾਂ ਫਰੰਗੀਆਂ ਦੇ ਚਿੱਤੜਾਂ ਤੇ ਲਾਉਣ ਲਈ, ਕਰੇ ਸਿੱਖਾਂ ਲਾਲ ਸੱਦੋ ਉਮਰੇ ਲਾਹੌਰ ਨੂੰ। ਤੇ ਕਬਿਤ ਦੀ ਚੌਥੀ ਤੁਕ ਉਸਦੇ ਬੁੱਲਾਂ ਵਿੱਚ ਹੀ ਰਹਿ ਗਈ ਜਦ ਭਾਈ ਧੰਨਾ ਸਿੰਘ ਦਾ ਨੌਕਰ ਚਾਹ ਤਿਆਰੇ ਦਾ ਸੁਨੇਹਾ ਲੈ ਕੇ ਆ ਪਹੁੰਚਿਆ।